जिस बेचारे ने मटर बीजे मटर मंदा हो गया। देखो पहला 100 ਨੂੰ ਵਿਕ ਰਿਹਾ, ਹੁਣ 35-40 ਨੂੰ ਵਿਕ ਰਿਹਾ। ਕਿੱਥੇ ਜਾਊਗਾ ਜ਼ਿਮੀਂਦਾਰ? ठीक है, इस बार आलूआं का रेट थोड़ा ठीक बनता पिया, पर पिछले जो आलूआं ने अज तक घाटे पे है वो इस मुनाफे के मुकाबले बहुत वड्डे सी। पिछले युगां 'ਚ ਵੀ ਸੀਗੇ ਆੜ੍ਹਤੀਆਂ ਕਦਰ ਕਰਦੇ ਸੀ ਜ਼ਿਮੀਂਦਾਰ ਦੀ। ਹੁਣ ਉਹ ਕੋਰੇ ਵਪਾਰੀ ਦੀ ਕਰ ਰਿਹਾ, ਜਿਹੜਾ ਬੰਦਾ ਦੇਣੇ ਲੈਣੇ ਵਾਲਾ ਮੋਰੇ ਉਹਦੀ ਕਦਰ ਕਰ ਰਿਹਾ, ਜ਼ਿਮੀਂਦਾਰ ਦੀ ਨਹੀਂ ਹੋ ਰਹੀ। मार्केट का कुछ हिसाब नहीं लगता पिया कि एक दिन पहला 100 रुपए विकती पई चीज़, नैक्सट डे सीधी 35 रुपए आ जाती है। अज की डेट के किसान नूं हर फसल का एक फिक्स रेट मिलना चाहिए। 1850 रेट रखा, मंडी जाओ कोई पुछदा नहीं, 500 नूं रुलदी पई है फसल। साडे टैक्सां दे पैसे नहीं, तनखाहां लै रहे हैं, उन्हां दा भी फर्ज बनदा कोई साडे लई इदां दीयां नीतियां घड़न जिहदे नाल किसान आसान हो सके। ये मजदूर नहीं है, उत्थे दे जिमीदार है बिहार यूपी दे। इन्हां ते बहुत सारे इहो ਜਿਹੇ मजदूर है, मैं तुहानूं मिला सकदा जिन्हां दे अपने 15-15 10-10 किले ਜ਼ਮੀਨ ਦੇ ਆ। ਜੇ ਇਹਨਾਂ ਨੂੰ ਉੱਥੇ ਭਾਅ ਮਿਲਦੇ ਹੁਣ ਸਾਡੇ ਆ ਕੇ ਲੇਬਰਾਂ ਕਿਉਂ ਕਰਨ? ਅਸੀਂ 50,000 ਰੁਪਏ ਕਿੱਲੇ ਦਾ ਖਰਚਾ ਕਰਦੇ ਪਏ, ਸਾਡੀ 30,000 ਦੀ ਫਸਲ ਹੋ ਰਹੀ ਹੈ, ਉਹ 20,000 ਰੁਪਏ ਐਵਰੇਜ ਕਿੱਥੋਂ ਨਿਕਲੇਗੀ? ਜੇ 10 ਖੇਤ ਵੀ ਕਿਤੇ ਤਾਂ 2 ਲੱਖ ਰੁਪਏ ਘਟ ਗਿਆ। ਇਹ ਜਿਹੜੇ ਕਾਨੂੰਨ ਹੈ ਸਰਕਾਰਾਂ ਗੋਲ-ਮੋਲ ਕਰਨ ਦੀ ਕੋਸ਼ਿਸ਼ ਕਰਦੀਆਂ ਪਈਆਂ ਹਰ ਚੀਜ਼ ਨੂੰ। ਇਹ ਕਿਸੇ ਨਾ ਕਿਸੇ ਤਰੀਕੇ ਸਾਡੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਵੱਲੋਂ। ਇਹਨਾਂ ਕਾਨੂੰਨਾਂ ਦੇ ਨਾਲ ਅਗਰ ਉਹ ਆੜ੍ਹਤੀਆ ਸਿਸਟਮ ਖਤਮ ਹੋ ਗਿਆ ਤੇ ਅਸੀਂ ਕਿੱਥੇ ਜਾਵਾਂਗੇ? ਬੈਂਕ ਤੇ 2 ਰੁਪਏ ਦੇਗਾ, ਨਾਲ ਵਿਆਜ ਮੰਗੂਗਾ, ਨਾਲ ਸਿਕਿਉਰਿਟੀ ਮੰਗੂਗਾ। ਸੋ ਇਹ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਗੁੰਝਲਾਂ, ਨਹੀਂ ਤਾਂ ਸਾਡੇ ਐਡੇ ਬੁੱਧੀਜੀਵੀ ਕਿਸਾਨ ਅੱਜ ਦੇਖੋ ਫਸਲ ਦਾ ਟਾਈਮ ਹੈ, ਸਰਦੀ ਦੇ ਵਿੱਚ ਸੜਕਾਂ ਤੇ ਬੈਠੇ ਹੋ, ਇੰਨੇ ਮੂਰਖ ਨਹੀਂ ਹੈ। ਕਹਿੰਦੇ ਨੇ ਖੇਤੀ ਕਰਮਾ ਸੇਤੀ, ਤੇ ਅੱਜ ਜਦੋਂ ਖੇਤੀ ਦੀ ਗੱਲ ਕਰਦੇ ਹਾਂ ਤੇ ਸਾਨੂੰ ਖੇਤਾਂ ਦੇ ਵਿੱਚ ਕਿਸਾਨ ਘੱਟ ਨਜ਼ਰ ਆਉਂਦਾ ਆ, ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਵੱਧ ਨਜ਼ਰ ਆਉਂਦਾ ਆ। ਕੇਂਦਰੀ ਖੇਤੀ ਕਾਨੂੰਨ, ਫਸਲ ਦਾ ਸਮਰਥਨ ਮੁੱਲ ਤੇ ਸਮੇਂ ਸਿਰ ਮਿਲਣ ਵਾਲੀਆਂ ਚੀਜ਼ਾਂ, ਬਹੁਤ ਕੁਝ ਇਹੋ ਜਿਹਾ ਜਿਹੜਾ ਕਿਸਾਨ ਨੂੰ ਹਰ ਸਮੇਂ ਚਿੰਤਾ ਦੇ ਵਿੱਚ ਪਾਈ ਰੱਖਦਾ। ਕਦੇ ਕਦੇ ਸਾਲ ਛਮਾਈ ਕੋਈ ਇਹੋ ਜਿਹਾ ਮੌਕਾ ਆਉਂਦਾ ਆ ਜਦੋਂ ਕਿਸਾਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਨਜ਼ਰ ਆਉਂਦੀ ਹੈ, ਖੁਸ਼ੀ ਨਜ਼ਰ ਆਉਂਦੀ ਹੈ। ਕਦੋਂ? ਜਦੋਂ ਲੱਗਦਾ ਕਿ ਉਹਨਾਂ ਦੀ ਫਸਲ ਜਿਹੜੀ ਬੀਜੀ ਗਈ ਸੀ ਉਸ ਫਸਲ ਦਾ ਉਹਨੂੰ ਪੂਰਾ ਭਾਅ ਮਿਲ ਜਾਏਗਾ ਤੇ ਭਾਅ ਮਿਲਣ ਦੇ ਨਾਲ ਕੁਝ ਨਫਾ ਹੋ ਜਾਏਗਾ। ਜਿਹੜੇ ਕਰਜ਼ੇ ਦੀਆਂ ਕਿਸ਼ਤਾਂ ਨੇ, ਜਿਹੜੀਆਂ ਹੋਰ ਲੈਣੇ ਦੇਣੀਆਂ ਨੇ, ਉਹ ਕਿਤੇ ਨਾ ਕਿਤੇ ਪੂਰੀਆਂ ਹੁੰਦੀਆਂ ਨਜ਼ਰ ਆਉਣਗੀਆਂ। ਇਸ ਵੇਲੇ ਬੇਸ਼ੱਕ ਕਿਸਾਨ ਧਰਨਿਆਂ ਤੇ ਬੈਠੇ ਨੇ, ਪਰ ਇੱਕ ਫਸਲ ਜਿਹੜੀ ਆ ਆਲੂ ਦੀ ਫਸਲ, ਜਿਹੜੀ ਕਿਸੇ ਸਮੇਂ ਸੜਕਾਂ ਦੇ ਉੱਤੇ ਨਜ਼ਰ ਆਉਂਦੀ ਸੀਗੀ, ਭਾਅ ਨਹੀਂ ਮਿਲਦਾ ਸੀਗਾ ਤੇ ਭੰਗ ਦੇ ਪਹਾੜੇ ਉੱਦਾਂ ਹੀ ਸੁੱਟ ਕੇ ਆਉਣੀ ਪੈਂਦੀ ਸੀ। ਇਸ ਵੇਲੇ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ਤੇ ਥੋੜ੍ਹੀ ਜਿਹੀ ਖੁਸ਼ੀ ਜ਼ਰੂਰ ਨਜ਼ਰ ਆ ਰਹੀ ਹੈ, ਕਿਉਂਕਿ ਭਾਅ ਚੰਗਾ ਮਿਲ ਰਿਹਾ ਹੈ। ਕੱਚੀ ਪਟਾਈ ਇਸ ਵੇਲੇ ਚੱਲ ਰਹੀ ਹੈ। ਚੱਬੇਵਾਲ ਦੇ ਪਿੰਡ ਚੇਤੋਂ ਦੇ ਕੁਝ ਕਿਸਾਨ ਸਾਡੇ ਨਾਲ ਨੇ ਜਿਨ੍ਹਾਂ ਨੇ ਆਲੂ ਦੀ ਕਾਸ਼ਤ ਕੀਤੀ ਤੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਹੌਸਲੇ ਦੇ ਵਿੱਚ ਮਹਿਸੂਸ ਕਰ ਰਹੇ ਨੇ, ਕਿਉਂਕਿ ਇਸ ਵੇਲੇ ਆਲੂ ਦੀ ਕੀਮਤ ਉਹਨਾਂ ਨੂੰ ਚੰਗੀ ਮਿਲ ਰਹੀ ਹੈ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕਿਸਾਨ। ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ। ਮੇਰਾ ਅਵਤਾਰ ਸਿੰਘ ਜੀ। ਪਾਲ ਸਿੰਘ ਜੀ, ਕਿੰਨੀ ਕੁ ਕਾਸ਼ਤ ਜਿਹੜੀ ਕੀਤੀ ਇਸ ਵਾਰ, ਕਿੰਨੇ ਖੇਤਾਂ ਦੇ ਵਿੱਚ ਆਪਣੇ ਤੁਸੀਂ ਆਲੂ ਬੀਜਿਆ ਸੀਗਾ? ਅਸੀਂ 40 ਖੇਤਾਂ 'ਚ ਬੀਜਿਆ ਜੀ। 40 ਖੇਤਾਂ ਦੇ ਵਿੱਚ ਬੀਜਿਆ ਸੀਗਾ। ਅੱਛਾ, ਬਹੁਤ ਸਾਰੀਆਂ ਚੀਜ਼ਾਂ, ਆਲੂ ਤੁਸੀਂ ਪਹਿਲਾਂ ਵੀ ਬੀਜਦੇ ਹੋਵੋਗੇ, ਆਲੂ ਤੁਸੀਂ ਹੁਣ ਵੀ ਜਿਹੜਾ ਉਹ ਬੀਜਿਆ, ਕੀ ਫਰਕ ਨਜ਼ਰ ਆਉਂਦਾ ਇਸ ਵਾਰ? ਤੁਹਾਡੇ ਚਿਹਰੇ ਦੇ ਉੱਤੇ ਹੀ ਥੋੜ੍ਹੀ ਖੁਸ਼ੀ ਮੈਨੂੰ ਇਸ ਵੇਲੇ ਦਿਸ ਰਹੀ ਹੈ ਕਿ ਭਾਅ ਠੀਕ ਮਿਲ ਰਿਹਾ ਨਾ? ਠੀਕ ਹੈ ਜੀ, ਐਤਕੀ ਸਮਾਨ ਲੱਗਾ। 2-3 ਸਾਲ ਤਾਂ ਅਸੀਂ ਬਹੁਤ ਘੱਟ ਜ ਗਏ ਹਾਂ। ਸੋ ਐਤਕੀ ਥੋੜ੍ਹਾ ਜਿਹਾ ਲੱਗਦਾ ਵੀ ਸਾਨੂੰ ਕੁਛ ਨਾ ਕੁਛ ਰਾਹਤ ਮਿਲੂਗੀ ਜੀ। ਹਾਂਜੀ, ਇਸ ਵਾਰ ਲੱਗਦਾ ਰਾਹਤ ਮਿਲੇਗੀ। ਕਿੰਨਾ ਫਰਕ ਹੈ ਇਸ ਵੇਲੇ ਭਾਅ ਦੇ ਵਿੱਚ, ਪਿਛਲੇ ਸਾਲ ਦੇ ਮੁਕਾਬਲੇ ਤੇ ਇਸ ਸਾਲ ਦੇ ਮੁਕਾਬਲੇ 'ਚ? ਫਰਕ ਤਾਂ ਵੱਧ ਹੈ ਜੀ। ਐਤਕੀ ਤਾਂ ਪਿਛੇ ਨਾਲੋਂ ਅੱਗੇ ਬਹੁਤ ਬੁਰੇ ਹਾਲ ਹੋਏ ਆ, ਪੂਰਾ ਵੀ ਖਰਚਾ ਨਹੀਂ ਹੋਇਆ। ਕਿੰਨਾ ਕੁ ਵਿਕ ਰਿਹਾ ਇਸ ਵੇਲੇ, ਕਿੰਨੇ ਨੂੰ ਭਾਅ ਮਿਲ ਰਿਹਾ? ਭਾਅ ਇਸ ਵੇਲੇ 1600 ਨੂੰ ਕੱਟੂ ਮਿਲਿਆ, 50 ਕਿਲੋ ਵਿਕ ਰਿਹਾ ਜੀ। ਹਾਂਜੀ, ਇਹਦੇ ਵਿੱਚ ਕੀ ਕੰਮ ਠੀਕ ਰਹੂਗਾ? ਠੀਕ ਰਹੂਗਾ। ਕੱਚੀ ਪਟਾਈ ਹੋ ਰਹੀ ਹੈ, ਕੱਚੀ ਪਟਾਈ ਦੇ ਨਾਲ ਨਾਲ ਲੇਬਰ ਵੀ ਪੈ ਰਹੀ ਹੈ ਇਹਦੇ ਤੇ, ਬਾਕੀ ਖਰਚੇ ਵੀ ਪੈ ਰਹੇ, ਢੋਆ ਢੁਆਈ ਵੀ ਪੈ ਰਹੀ ਹੈ। ਇਹ ਲੇਬਰ ਤੇ ਢੋਆ ਢੁਆਈ ਨੂੰ ਸਾਰਿਆਂ ਨੂੰ ਜਦੋਂ ਆਪਾਂ ਦੇਖਦੇ ਹਾਂ ਤੇ ਲੱਗਦਾ ਕਿ 4 ਪੈਸੇ ਬਚਦੇ ਵੀ ਨਜ਼ਰ ਆ ਰਹੇ ਨੇ, ਪਿਛਲੇ ਘਾਟੇ ਪੂਰੇ ਹੁੰਦੇ ਨਜ਼ਰ ਆ ਰਹੇ ਨੇ। ਹਾਂਜੀ ਹਾਂਜੀ, ਮੈਜ਼ ਆ ਜੀ, ਪੂਰੇ ਹੋਣਗੇ ਥੋੜ੍ਹੇ ਬਹੁਤੇ। ਇਹਨਾਂ ਦੇ ਨਹੀਂ ਹੋਣੇ ਪੂਰੇ, ਥੋੜ੍ਹਾ ਬਹੁਤਾ ਫਰਕ ਪਊਗਾ ਜੀ। ਥੋੜ੍ਹਾ ਬਹੁਤਾ ਫਰਕ ਪੈ ਹਾਂਜੀ, ਥੋੜ੍ਹਾ ਬਹੁਤ। ਅੱਛਾ, ਕਿਹੜੀਆਂ ਚੀਜ਼ਾਂ ਨੇ? ਕਿਉਂਕਿ ਹੁਣ ਕਿਸਾਨ, ਜਦੋਂ ਆਪਾਂ ਧਰਨਿਆਂ ਤੇ ਬੈਠਿਆਂ ਦੀ ਗੱਲ ਕਰਦੇ ਹਾਂ ਤੇ ਧਰਨਿਆਂ ਤੇ ਬੈਠੇ ਕਿਸਾਨ ਕਹਿੰਦੇ ਸਮਰਥਨ ਮੁੱਲ ਮਿਲਣਾ ਚਾਹੀਦਾ ਫਸਲਾਂ ਦਾ। ਆਲੂ ਨੂੰ ਲੈ ਕੇ ਵੀ ਕਈ ਵਾਰੀ ਗੱਲ ਉੱਠੀ ਆ, ਆਵਾਜ਼ਾਂ ਉੱਠੀਆਂ ਨੇ ਕਿ ਭਾਈ ਤੁਸੀਂ
ਆਲੂ ਦੇ ਵੀ ਇੱਕ ਸਮਰਥਨ ਮੁੱਲ ਤੈਅ ਕਰੋ, ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਬਲਕ 'ਚ ਆ ਜਾਂਦਾ ਆਲੂ ਤੇ ਫਿਰ ਸੜਕਾਂ ਤੇ ਸੁੱਟਣਾ ਪੈਂਦਾ, ਜਦੋਂ ਨਹੀਂ ਮਿਲਦਾ ਭਾਅ ਚੜ੍ਹਦਾ ਤੇ ਫਿਰ ਕਿਸਾਨ ਨੇ ਬੀਜਿਆ ਹੀ ਓਨਾ ਕੁ ਹੁੰਦਾ ਆ, ਉਹਨੂੰ ਨਫਾ ਵੀ ਓਨਾ ਕੀ ਹੋ ਪਾਉਂਦਾ ਆ। ਕੋਈ ਇਹਦੇ ਬਾਬਤ ਤੁਸੀਂ ਸਰਕਾਰੀ ਦਰਬਾਰੇ ਗੱਲ ਰੱਖੀ ਸੀ ਕਿ ਇਹਦੇ ਭਾਅ ਨੂੰ ਲੈ ਕੇ ਵੀ ਕੋਈ ਨੀਤੀ ਬਣਾਈ ਮੁੱਲ ਤਾਂ ਜੀ ਇਹਦਾ ਇੱਕ ਵੱਜਣਾ ਚਾਹੀਦਾ, ਸਾਨੂੰ ਫਾਇਦਾ ਹੋਵੇ, ਕਿਉਂ ਆਮ ਜ਼ਿਮੀਂਦਾਰ ਤਾਂ ਇਹਨੂੰ ਬੀਜ ਨਹੀਂ ਰਿਹਾ ਜੀ। ਕੁਛ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆਲੂ ਜ਼ਿਆਦਾ ਕਾਸ਼ਤ ਹੋ ਰਹੀ ਹੈ। ਹੁਣ ਸਾਨੂੰ ਤਾਂ ਚਲੋ ਸਮਾਂ ਆਇਆ ਥੋੜਾ ਲੱਗ ਗਿਆ, ਜਿਹੜੇ ਭਰਾਵਾਂ ਦੇ ਨਹੀਂ ਝੋਨਾ ਚੱਲਦਾ ਉਹਨਾਂ ਦਾ ਕੋਈ ਸਮਰਥ, ਹੁਣ ਜਿੱਦਾਂ ਪਿੱਛੇ ਦੱਸਤਾ ਵੀ ਰੇਟ ਇਦਾਂ ਹੋਣਾ ਜੀ, ਇਦਾਂ ਹੋਣਾ ਆ, ਕੋਈ ਮੱਕੀ ਦਾ ਰੇਟ ਬੰਨ੍ਹਵਾ ਨਹੀਂ ਸਾਡਾ ਹੈਗਾ, ਉਹ ਜਿਹੜੇ ਸਾਡੀ ਜਿਹੜੇ ਟਾਈਮ ਆਇਆ ਸਾਨੂੰ 500-600 ਨੂੰ ਵੀ ਦੇਣੀ ਪਈ, ਹੁਣ ਬਾਅਦ ਦੇ ਵਿੱਚ 2-2 ਹਜ਼ਾਰ ਨੂੰ ਵਿਕ ਰਹੀ ਹੈ, ਜਦੋਂ ਸਾਡੀ ਜਿਹੜੇ ਕੋਲੋਂ ਚਲ ਗਈ ਆ ਵੀ ਉਹ ਤਾਂ ਸਾਨੂੰ ਪੱਕਾ ਰੇਟ ਹੁਣ ਤਾਂ ਫਾਇਦਾ ਆ। ਅੱਛਾ, ਮੱਕੀ ਦੇ ਰੇਟ ਨੂੰ ਲੈ ਕੇ ਵੀ ਬਹੁਤ ਚਰਚਾ ਚੱਲੀ ਸੀਗੀ, ਕਹਿੰਦੇ ਜੀ 1850 ਰੁਪਏ ਮੇਰਾ ਖਿਆਲ ਤੈਅ ਕੀਤੀ ਸੀਗੀ ਕੀਮਤ, ਤੇ ਵਿਕਿਆ ਬਹੁਤ ਸਸਤਾ ਹੈ। ਸਸਤਾ ਵਿਕਿਆ ਜੀ, ਪੁੱਛਿਆ ਨਹੀਂ ਕਿਸੇ ਆੜਤੀਏ ਨੇ ਵੀ ਲੈ ਕੇ ਗਿਲ ਗਏ, ਅਗਲਾ ਕਹਿੰਦਾ ਇਤਨੇ ਪੈਸੇ ਦੇਣੇ ਆ, ਦੇਣੇ ਦੋ ਨਹੀਂ ਲੈ ਜਾਓ ਘਰ ਨੂੰ, ਕਿ ਦੇਣੀ ਪਈ, ਘਰ ਕਿੱਥੇ ਲਿਆ ਕੇ ਰੱਖ ਲੈਣੀ ਜੀ। ਤੇ ਹੁਣ ਆਲੂ ਨੂੰ ਲੈ ਕੇ ਕਿੱਦਾਂ ਆੜਤੀਏ ਕਹਿੰਦੇ ਹੁਣ, ਕਿਉਂਕਿ ਬਾਜ਼ਾਰ ਦੇ ਵਿੱਚ ਮੰਗ ਹੈਗੀ ਤੇ ਆੜਤੀਏ ਕਹਿੰਦੇ ਫਿਰ ਜਿਸ ਭਾਅ ਦੀ ਆਉਣ ਦਿਓ। ਹਾਂਜੀ ਹੁਣ ਕਹਿੰਦੇ ਆਣ ਦਿਓ, ਹੁਣ ਤਾਂ ਲਈ ਜਾਂਦੇ ਆ ਜੀ, ਹੁਣ ਕੋਈ ਦੁਆ ਨਹੀਂ ਹੈਗਾ, ਹੁਣ ਚੱਕੀ ਜਾਂਦੇ ਆ ਜੀ। ਕਿਹਨੂੰ ਵੇਚਦੇ ਹੋ, ਆੜਤੀਆਂ ਨੂੰ ਹੀ ਵੇਚ ਰਹੇ ਹੋ ਇਸ ਸਮੇਂ ਜਾਂ ਮੰਡੀਆਂ ਦੇ ਵਿੱਚ ਸੁੱਟ ਰਹੇ ਹੋ ਸਿੱਧੇ ਰੂਪ ਦੇ ਵਿੱਚ? ਖੇਤਾਂ 'ਚ ਆ ਕੇ ਸਿੱਧੇ ਆੜਤੀ ਲੈ ਰਹੇ ਜੀ। ਸਿੱਧੇ ਆੜਤੀ ਲੈ ਰਹੇ? ਹਾਂਜੀ ਹਾਂਜੀ, ਪੈਸੇ ਜਿਹੜਾ ਨਗਦ ਦਊਗਾ ਉਹਨੂੰ ਦੇਣਾ, ਨਹੀਂ ਦੇਣਾ। ਤੁਹਾਡੇ ਕੋਲੋਂ ਖਰੀਦ ਰਿਹਾ ਫਸਲ ਖੇਤ ਦੇ ਵਿੱਚ ਆਣ ਕੇ? ਹਾਂਜੀ, ਖੇਤ 'ਚ ਆ ਕੇ ਖਰੀਦ ਰਿਹਾ ਜੀ। ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਜੇ ਆੜਤੀਆ ਤੁਹਾਡੇ ਕੋਲ ਫਸਲ ਖੇਤ ਦੇ ਵਿੱਚ ਆਣ ਕੇ ਖਰੀਦਦਾ ਆ ਤੇ ਇਹਦੀ ਬਜਾਏ ਜੇ ਤੁਸੀਂ ਮੰਡੀ ਤੱਕ ਲੈ ਕੇ ਜਾਓ ਆਲੂ ਨੂੰ, ਜਿਹੜੀ ਇਸ ਵੇਲੇ ਕੀਮਤ ਬਾਜ਼ਾਰ ਦੇ ਵਿੱਚ 50 ਰੁਪਏ ਤੋਂ ਉੱਪਰ ਜਾਂਦੀ ਪਈ ਆਲੂ ਦੀ ਕੀਮਤ, ਤੁਹਾਨੂੰ ਇੱਥੇ 30 ਰੁਪਏ 32 ਰੁਪਏ ਜਿਹੜੀ ਉਹ ਮਿਲਦੀ ਪਈ ਹੈ, ਤੇ ਉਹੀ ਥੋੜਾ ਨਫਾ ਵੱਧ ਵੀ ਹੋ ਸਕਦਾ ਹੈ। ਨਹੀਂ, ਉਹ ਸਾਨੂੰ ਇੱਥੇ ਨਫਾ ਹੋ, ਸਾਨੂੰ ਮੰਡੀ ਲਿਜਾ ਕੇ ਨਹੀਂ ਹੋ ਰਿਹਾ ਜੀ। ਅਸੀਂ ਮੰਡੀ ਜਾਂਦੇ ਆ, ਸਾਡਾ ਰੇਟ ਕੁਛ ਲਾਉਂਦੇ ਆ, ਉਹ ਜੀ ਆੜਤੀ ਦਾ ਰੇਟ ਕੁਛ ਹੋਰ ਆ। ਅੱਛਾ, ਜਾਂ ਜ਼ਿਮੀਂਦਾਰ ਦਾ ਜਾਂਦਾ ਉਹਨੂੰ ਹੋਰ ਮੰਦਾ ਕਰਦੇ ਆ ਜੀ ਉਹ, ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਨਾ ਕਿ ਜ਼ਿਮੀਂਦਾਰ ਮੰਡੀ 'ਚ ਆ ਗਿਆ, ਉਹਨੇ ਵੇਚ ਕੇ ਹੀ ਜਾਣਾ ਆ, ਇਹਨੇ ਵਾਪਸ ਨਹੀਂ ਲੈ ਕੇ ਜਾਣਾ। ਇੱਥੇ ਖੜੀ ਫਸਲ ਦਾ ਤਾਂ ਪਤਾ ਹੈ, ਕੋਈ ਨਹੀਂ 2-4 ਦਿਨ ਹੋਰ ਵੀ ਪਈ ਰਹੂਗੀ ਤਾਂ ਕੋਈ ਦਿੱਕਤ ਨਹੀਂ ਹੈ ਨਾ। ਹਾਂਜੀ ਹਾਂਜੀ, ਇਹੀ ਚੱਕਰ ਹੈ ਜੀ, ਜੇ ਅਸੀਂ ਆਪ ਲੈ ਕੇ ਜਾਂਦੇ ਆ ਸਾਨੂੰ ਹੋਰ ਰਗੜਦੇ ਆ ਜੀ, ਫਿਰ ਆਪਣੀ ਮਰਜ਼ੀ ਕਰਦੇ ਆ। ਆਪਣੀ ਮਰਜ਼ੀ ਕਰਦੇ, ਆਪਣੀ ਮਰਜ਼ੀ। ਆੜਤੀਆਂ ਨਾਲ ਤਾਂ ਪਿਆਰ ਹੀ ਬੜਾ ਆ ਜੱਟਾਂ ਦਾ, ਸਾਂਝਾਂ ਹੀ ਬੜੀਆਂ ਹੁੰਦੀਆਂ, ਤੇ ਉਹ ਇੱਕ ਦੂਜੇ ਦੀ ਛੁਰੀ ਚਲਾਉਣ ਵਾਲਾ ਕੰਮ ਕਾਹਤੋਂ ਇਦਾਂ ਚੱਲਦਾ? ਉਹੀ ਹੁਣ ਪਿਛਲੇ ਯੁੱਗਾਂ 'ਚ ਵੀ ਸੀਗੇ ਆੜਤੀਆਂ ਕਦਰ ਕਰਦੇ ਸੀ ਜ਼ਿਮੀਂਦਾਰ ਦੀ, ਹੁਣ ਉਹ ਕੋਰੇ ਵਪਾਰੀ ਦੀ ਕਰ ਰਿਹਾ, ਜਿਹੜਾ ਬੰਦਾ ਦੇਣੇ ਲੈਣੇ ਵਾਲਾ ਮੋਰੇ ਉਹਦੀ ਕਦਰ ਕਰ ਰਿਹਾ, ਜ਼ਿਮੀਂਦਾਰ ਦੀ ਨਹੀਂ ਹੋ ਰਹੀ। ਜ਼ਿਮੀਂਦਾਰ ਨੂੰ ਤਾਂ ਬਸ ਉਹ ਕਹਿੰਦਾ ਹੁਣ ਆ ਗਿਆ ਜਾਣਾ, ਰਗੜ ਲਓ ਬਸ ਇਹਨੂੰ, ਬਸ ਇਹ ਕੰਮ ਹੈ ਜੀ। ਤੇ ਇਸ ਵਾਰ ਜਿਹੜੀ ਆਲੂ ਦੀ ਫਸਲ ਤੁਸੀਂ 40 ਖੇਤ ਬੀਜਿਆ ਤੁਸੀਂ ਕਹਿੰਦੇ, ਤੇ ਭਾਅ ਚੰਗਾ ਮਿਲ ਰਿਹਾ, ਤੇ ਪਿਛਲੇ ਸਾਲਾਂ ਦੇ ਵਿੱਚ ਘਾਟੇ ਬਹੁਤ ਖਾਦੇ ਆ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ, ਉਹ ਘਾਟਿਆਂ ਨੂੰ ਕਿਤੇ ਪੂਰਾ ਕਰਦਾ ਇਸ ਵਾਰ ਦੀ ਇਹ ਫਸਲ ਨਜ਼ਰ ਆਏਗੀ, ਜਾਂ ਲੱਗਦਾ ਕਿ ਇਦਾਂ ਦੀਆਂ 2 ਫਸਲਾਂ ਹੋਰ ਲਵਾਂਗੇ ਤਾਂ ਜਾ ਕੇ ਟਿਕਾਣੇ ਤੇ ਆਉਣਾ ਆ? ਤਾਂ ਟਿਕਾਣੇ ਆਉਣਾ ਜੀ, ਇਸ ਇੱਦਾਂ ਮਾੜਾ ਮੋਟਾ ਰਲਦੇ ਮਿਲਦੇ ਅਸੀਂ ਹੋ ਜਾਾਂਗੇ ਇਹਦੇ ਨਾਲ, ਅਜੇ ਬਰਾਬਰ ਤਾਂ ਫਿਰ ਔਖਾ ਹੋਊਗਾ, ਇੱਕ ਸੀਜ਼ਨ ਨਾਲ ਨਹੀਂ ਹੋਣਾ, 2-3 ਸੀਜ਼ਨ ਇਦਾਂ ਲੱਗਣਗੇ ਤਾਂ ਹੋਵਾਂਗੇ। ਫਿਰ ਉਹਦੇ ਵਿੱਚ ਵੀ ਜਿਹੜਾ ਆਮ ਜ਼ਿਮੀਂਦਾਰ ਨਹੀਂ ਆਲੂ ਕਰ ਰਿਹਾ, ਆਲੂ ਮਹਿੰਗਾ ਬਹੁਤ ਸੀ ਬੀਜ, ਹੁਣ ਕਿਸੇ ਨੇ ਜ਼ਿਆਦਾ ਚੱਕ ਚਕਾ ਕੇ ਲਾਏ ਆ ਤਾਂ ਉਹਨੂੰ ਫਾਇਦਾ ਲਿਆ, ਜਿਸ ਵਿਚਾਰੇ ਨੇ ਮਟਰ ਬੀਜੇ ਮਟਰ ਮੰਦਾ ਹੋ ਗਿਆ, ਦੇਖੋ ਪਹਿਲਾਂ 100 ਨੂੰ ਵਿਕ ਰਿਹਾ, ਹੁਣ 35-40 ਨੂੰ ਵਿਕ ਰਿਹਾ, ਕਿੱਥੇ ਜਾਊਗਾ ਜ਼ਿਮੀਂਦਾਰ? ਹੋਰ ਘਾਟਾ ਤਾਂ ਘਾਟਾ ਪੈ ਰਿਹਾ। ਹੁਣ ਆਲੂ ਵਾਲਾ ਵੀ ਚਲੋ ਜ਼ਿਮੀਂਦਾਰ ਕੋਈ ਖਾਸ ਨਹੀਂ ਹੈ, ਥੋੜ੍ਹੇ ਆ, ਕਿਉਂ ਬੀਜ ਬਹੁਤ ਮਹਿੰਗਾ ਸੀ, 2-2 ਹਜ਼ਾਰ ਨੂੰ ਤਾਂ ਬੀਜ ਮਿਲਿਆ ਜ਼ਿਮੀਂਦਾਰ ਨੂੰ, ਉਹ ਕਿੰਨਾ ਕੁ ਬੀਜ ਲਊਗਾ? ਇਹ ਕਿਸੇ ਨੇ ਸਰਮਾਏ ਵਾਲੇ ਬੰਦੇ ਨੇ ਆਪਣਾ ਲਿਖਿਆ ਬੀਜਿਆ ਤਾਂ ਉਹ ਬੀਜ। ਅੱਛਾ, ਸਰਕਾਰ ਖੇਤੀ ਵਿਭਿੰਨਤਾ ਦੀ ਗੱਲ ਕਰਦੀ ਨਾ ਕਿ ਕਣਕ ਝੋਨੇ ਦੇ ਫਸਲੀ ਚੱਕਰ 'ਚੋਂ ਤੁਸੀਂ ਬਾਹਰ ਆ ਜਾਓ, ਤੇ ਜਦੋਂ ਤੁਸੀਂ ਆਲੂ ਦੀ ਕਾਸ਼ਤ ਕਰਦੇ ਹੋ, ਮਟਰਾਂ ਦੀ ਕਾਸ਼ਤ ਕਰਦੇ ਹੋ, ਹੋਰ ਚੀਜ਼ਾਂ ਬੀਜਦੇ ਹੋ, ਤੇ ਸਰਕਾਰ ਕਿਤੇ ਆਣ ਕੇ ਤੁਹਾਨੂੰ ਬਾਂਹ ਫੜਦੀ ਵੀ ਤੁਹਾਡੀ ਨਜ਼ਰ ਆਉਂਦੀ ਹੈ ਕਿਤੇ ਕਿ ਠੀਕ ਹੈ ਜੀ ਤੁਸੀਂ ਕਣਕ ਝੋਨੇ ਤੋਂ ਨਿਕਲ ਕੇ ਆਹ ਚੀਜ਼ਾਂ ਬੀਜੀਆਂ ਤੇ ਹੁਣ ਅਸੀਂ ਤੁਹਾਡੇ ਨਾਲ ਖੜਾਂਗੇ? ਦੇਖੋ ਜੀ, ਕੋਈ ਨਹੀਂ ਮੋਰੇ ਖੜਦਾ, ਐਵੇਂ ਕਹੀ ਜਾਂਦੇ ਆਹ ਕਰੋ, ਜਿਹੜੇ ਅਸੀਂ ਬੀਜ ਲੈਂਦੇ ਹਾਂ, ਉਹ ਪਹਿਲਾਂ ਕਦੇ ਮੱਕੀ ਬੀਜੋ, ਆਹ ਕੰਮ ਨੂੰ ਛੱਡ ਦਿਓ ਜੀ, ਅਸੀਂ ਆਲੂ ਛੱਡਦੇ ਹਾਂ। 2 ਸਾਲ ਤਾਂ ਆਲੂ ਨਹੀਂ ਮੰਦਾ ਰਿਹਾ, ਜੇ ਹੁਣ ਆਲੂ ਲੱਗਾ ਤਾਂ ਦੇਖੋ ਕੀ ਸਮਾਂ ਦੱਸਦਾ। ਕੁੱਲ ਮਿਲਾ ਕੇ ਕਹਿ ਸਕਦੇ ਕਿ ਆਲੂ ਦੀ ਕਾਸ਼ਤ ਕਰਨ ਵਾਲਾ ਕਿਸਾਨ ਇਸ ਵੇਲੇ ਥੋੜਾ ਖੁਸ਼ ਹੈ, ਪੂਰਾ ਖੁਸ਼ ਨਹੀਂ ਹੈ, ਕਿਉਂਕਿ ਪੂਰਾ ਖੁਸ਼ ਤਾਂ ਹੀ ਹੋਏਗਾ ਨਾ ਜੇ ਉਹਦੇ ਕਰਜ਼ੇ ਸਾਰੇ ਉਤਰ ਜਾਣਗੇ, ਭਵਿੱਖ ਦੀਆਂ ਫਸਲਾਂ ਦੇ ਵਾਸਤੇ ਉਹਨੂੰ ਇਸ ਗੱਲ ਦੇ ਲਈ ਪੱਕੇ ਤੌਰ ਤੇ ਸ਼ਿਓਰਟੀ ਮਿਲੇਗੀ ਕਿ ਹਾਂ ਜਿਹੜੀਆਂ ਅਗਲੀਆਂ ਫਸਲਾਂ ਹੋਣਗੀਆਂ ਉਹਨਾਂ ਦੇ ਵੀ ਭਾਅ ਠੀਕ ਮਿਲ ਜਾਣਗੇ, ਤੇ ਜਿਹੜੇ ਖਰਚੇ ਆ ਉਹ ਪੂਰੇ ਹੋ ਜਾਣਗੇ, ਕੁਝ ਆਮਦਨ ਜਿਹੜੀ ਮਿਹਨਤ ਕੀਤੀ ਉਹਦੇ ਤੇ ਉਹਦਾ ਵੀ ਕੋਈ ਮੁਆਵਜ਼ਾ ਜਿਹੜਾ ਉਹਨੂੰ ਮਿਲ ਜਾਏਗਾ, ਤੇ ਫਿਰ ਪੱਕੇ ਤੌਰ ਤੇ ਸੰਤੁਸ਼ਟ ਹੋ ਸਕਦਾ। ਫਿਲਹਾਲ ਆਲੂ ਦੀ ਕੀਮਤ ਬਾਜ਼ਾਰ ਦੇ ਵਿੱਚ ਚੰਗੀ ਹੈ, ਇਸ ਕਰਕੇ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨ ਇਸ ਵੇਲੇ ਕੁਝ ਸੰਤੁਸ਼ਟ ਨਜ਼ਰ ਆ ਰਹੇ ਨੇ। ਮਟਰਾਂ ਦੀ ਖੇਤੀ ਦੀ ਗੱਲ ਕੀਤੀ ਆਪਾਂ, ਮਟਰਾਂ ਦੀ ਖੇਤੀ ਦੇ ਬਾਬਤ ਵੀ ਗੱਲ ਕਰ ਲਈ, ਮਟਰਾਂ ਦੀ ਕਾਸ਼ਤ ਕੀਤੀ ਹੈ ਸਾਡੇ ਨਾਲ ਇੱਕ ਕਿਸਾਨ ਨੇ। ਆਪਣਾ ਨਾਮ ਦੱਸ ਦਿਓ ਜੀ। ਮੋਹਨ ਲਾਲ ਜੀ। ਮੋਹਨ ਲਾਲ ਜੀ,
ਤੁਸੀਂ ਆਲੂ ਦੀ ਵੀ ਕਾਸ਼ਤ ਕੀਤੀ ਹੈ ਤੇ ਮਟਰਾਂ ਦੀ ਵੀ ਕਾਸ਼ਤ ਕੀਤੀ ਹੈ। ਪਹਿਲਾਂ ਆਲੂ ਦੀ ਕਾਸ਼ਤ ਦੀ ਗੱਲ ਕਰ ਲੈਂਦੇ ਆ, ਕਿਉਂਕਿ ਚੰਗਾ ਭਾਅ ਮਿਲ ਰਿਹਾ ਆ। ਇਹਨਾਂ ਨੇ 40 ਖੇਤ ਬੀਜੇ ਸੀ, ਤੁਸੀਂ ਕਿੰਨੀ ਫਸਲ ਜਿਹੜੀ ਆ ਉਹ ਆਲੂ ਦੀ ਬੀਜੀ ਆ? ਆਲੂਆਂ ਦੇ ਤਕਰੀਬਨ 20 ਖੇਤ ਹੈ ਜੀ ਲਾਏ ਹੋਏ। ਠੀਕ ਹੈ, ਇਸ ਵਾਰ ਆਲੂਆਂ ਦਾ ਰੇਟ ਥੋੜਾ ਠੀਕ ਬਣਦਾ ਪਰ ਪਿਛਲੇ ਜੋ ਆਲੂਆਂ ਨੇ ਅੱਜ ਤੱਕ ਘਾਟੇ ਪਏ ਆ ਉਹ ਇਸ ਮੁਨਾਫੇ ਦੇ ਮੁਕਾਬਲੇ ਬਹੁਤ ਵੱਡੇ ਸੀ, ਕਿਉਂਕਿ ਪਿਛਲੇ 3 ਸਾਲ ਕੁਝ ਇਹੋ ਜਿਹਾ ਸਮਾਂ ਵੀ ਨਿਕਲਿਆ ਜਿਹਦੇ ਵਿੱਚ ਅਸੀਂ ਆਲੂ ਲਗਭਗ ਚੱਕ ਕੇ ਸਾਨੂੰ ਸੜਕਾਂ ਤੇ ਸੁੱਟਣੇ ਪਏ। ਆਲੂ ਜਦੋਂ ਬੀਜਦੇ ਤੇ ਖਰਚਾ ਬਹੁਤ ਜ਼ਿਆਦਾ ਹੁੰਦਾ ਫਸਲ ਤੇ, ਔਰ ਤੋਂ ਇਹੋ ਜਿਹਾ ਸਮਾਂ ਵੀ ਆਇਆ ਕਿ ਸਾਨੂੰ ਖੇਤਾਂ ਦੇ ਵਿੱਚ ਪਾਣੇ ਪਏ। ਹਾਂ, ਇਸ ਵਾਰ ਠੀਕ ਹੈ ਕਿ ਆਲੂ ਦਾ ਥੋੜਾ ਰੇਟ ਠੀਕ ਮਿਲ ਰਿਹਾ, ਲੱਗ ਰਿਹਾ ਕਿ ਕਰਜ਼ੇ ਉੱਤਰ ਤਾਂ ਨਹੀਂ ਪਾਣਗੇ, ਕੁਝ ਘਟ ਜਾਣਗੇ ਜ਼ਰੂਰ। ਕਿਸ਼ਤਾਂ ਦਿੱਤੀਆਂ ਜਾਣਗੀਆਂ? ਹਾਂ, ਕਿਸ਼ਤਾਂ ਹੋ ਜਾਣਗੀਆਂ, ਕਿਸ਼ਤਾਂ ਦਿੱਤੀਆਂ ਜਾਣਗੀਆਂ। ਅੱਛਾ, ਮਟਰ ਦੀ ਖੇਤੀ ਦਾ ਵੀ ਜ਼ਿਕਰ ਇਹਨਾਂ ਨੇ ਛੇੜਿਆ। ਇੱਕ ਗੱਲ ਦੀ ਤੁਹਾਨੂੰ ਥੋੜੀ ਪ੍ਰਸੰਨਤਾ ਵੀ ਹੋਏਗੀ, ਭਾਅ ਠੀਕ ਮਿਲ ਰਿਹਾ। ਕਹਿੰਦੇ ਮਟਰ ਦਾ ਭਾਅ ਥੋੜਾ ਹੇਠਾਂ ਨੂੰ ਗਿਆ ਆ। ਦੇਖੋ, ਮਾਰਕੀਟ ਦਾ ਕੁਝ ਹਿਸਾਬ ਨਹੀਂ ਲੱਗਦਾ ਪਿਆ ਕਿ ਇੱਕ ਦਿਨ ਪਹਿਲਾਂ 100 ਰੁਪਏ ਵਿਕਦੀ ਪਈ ਚੀਜ਼ ਨੈਕਸਟ ਡੇ ਸਿੱਧੀ 35 ਰੁਪਏ ਆ ਜਾਂਦੀ ਹੈ। ਇਹ ਜਿਹੜਾ ਐਡਾ ਵੱਡਾ ਗੈਪ ਹੈ ਕਿਉਂ ਹੋ ਰਿਹਾ? ਕਿਉਂਕਿ ਕਿਸਾਨ ਨੂੰ ਉਮੀਦ ਹੈ ਅੱਜ ਦੀ ਡੇਟ ਦੇ ਵਿੱਚ ਕਿਸਾਨ ਨੂੰ ਹਰ ਫਸਲ ਦਾ ਇੱਕ ਫਿਕਸ ਰੇਟ ਮਿਲਣਾ ਚਾਹੀਦਾ, ਇੱਕ ਬਣਦਾ ਭਾਅ ਮਿਲਣਾ ਚਾਹੀਦਾ। ਜਿਨ੍ਹਾਂ ਨੂੰ ਉਮੀਦ ਹੋਵੇ ਕਿ ਮੇਰੀ ਇੰਨੀ ਫਸਲ ਹੈ, ਮੇਰਾ ਇੰਨਾ ਕੁ ਹੋ ਜਾਣਾ। ਅੱਜ ਦੀ ਡੇਟ 'ਚ ਕਿਸੇ ਵੀ ਕਿਸਾਨ ਨੂੰ, ਮੈਨੂੰ ਲਾ ਲਓ, ਕਿਸੇ ਨੂੰ ਵੀ ਲਾ ਲਓ, ਕੋਈ ਉਮੀਦ ਨਹੀਂ ਹੈ। ਅਸੀਂ ਫਸਲ ਬੀਜਦੇ ਜ਼ਰੂਰ ਹੈ, ਘੰਟੇ 'ਚੋਂ ਹੋਣੀ ਕਿੰਨੇ ਦੀ ਹੈ ਕੋਈ ਰਿਜ਼ਲਟ ਨਹੀਂ ਹੈ। ਕਈ ਵਾਰ ਤੇ ਕੁਝ ਪੈਸੇ ਆ ਜਾਂਦੇ, ਨਹੀਂ ਤਾਂ ਜ਼ਿਆਦਾਤਰ ਚਾਂਸ ਤਾਂ ਘਟਣ ਦੇ ਹੀ ਰਹਿੰਦੇ ਆ। ਮਟਰ ਕਿੰਨਾ ਕੁ ਬੀਜਿਆ ਆ? ਮਟਰਾਂ ਦੇ 30 ਖੇਤ ਹੈ ਜੀ। 30 ਖੇਤ, 20 ਖੇਤ ਆਲੂ ਦੇ ਲਾਏ ਆ, 30 ਖੇਤ ਮਟਰ ਦੇ ਲਾਏ ਆ। ਜਿਹੜੇ ਘੱਟ ਫਸਲ ਬੀਜੀ ਆ ਉਹਦਾ ਭਾਅ ਠੀਕ ਹੈ, ਤੇ ਜਿਹੜੀ ਵੱਧ ਫਸਲ ਬੀਜੀ ਆ ਉਹਦਾ ਭਾਅ ਠੀਕ ਠਾਕ ਜਿਹਾ ਆ ਰਿਹਾ। ਠੀਕ ਠਾਕ ਆ ਰਿਹਾ ਜੀ, ਬਿਲਕੁਲ। ਇਸ ਟਾਈਮ ਤੇ ਉਮੀਦ ਸੀ ਮਟਰ ਅਗਰ ਸਾਡੇ ਖੇਤਾਂ ਦੇ ਵਿੱਚੋਂ, ਕਿਉਂਕਿ ਜਿਹੜਾ ਸਾਡਾ ਏਰੀਆ ਇੱਥੇ ਜ਼ਿਆਦਾਤਰ ਸਬਜ਼ੀ ਦੀ ਕਾਸ਼ਤ ਹੈ, ਕੱਚੀ ਪਟਾਈ ਆਲੂਆਂ ਦੀ ਹੁੰਦੀ ਹੈ ਤੇ ਮਟਰ ਦੀ ਖੇਤੀ ਹੁੰਦੀ ਹੈ। ਉਹਦੇ ਨਾਲ ਹੀ ਸਾਲ ਭਰ ਦੇ ਸਾਰੇ ਖਰਚੇ ਮੈਨੇਜ ਕਰ ਹੁੰਦੇ ਆ। ਤੇ ਜੇ ਮਟਰ ਹੁਣ 30 ਰੁਪਏ 32 ਰੁਪਏ ਵਿਕਣ ਲੱਗ ਗਿਆ ਤੇ ਲਗਭਗ ਸਾਨੂੰ ਤੇ ਖਰਚੇ ਵੀ ਨਹੀਂ ਪੂਰੇ ਹੋਣੇ, ਕਿਉਂਕਿ ਇਹਨਾਂ ਚੀਜ਼ਾਂ ਤੇ ਲੇਬਰ ਬੜੀ ਚੜ੍ਹਦੀ ਹੈ ਜੀ। 5 ਰੁਪਏ ਕਿਲੋ, 5-6 ਰੁਪਏ ਤੇ ਲੇਬਰ ਵਾਲਾ 1 ਕਿਲੋ ਤੋੜਨ ਦਾ ਹੀ ਲੈ ਜਾਂਦਾ, ਤੇ ਉਸ ਤੋਂ ਬਾਅਦ ਜ਼ਿਮੀਂਦਾਰ ਦੇ ਪੱਲੇ ਤਾਂ ਫਿਰ ਬਹੁਤ ਘੱਟ ਪੈਸੇ ਪੈਂਦੇ ਆ। ਹਾਂ, ਜੇ 55-60 ਰੁਪਏ ਵੀ ਵਿਕਦਾ ਰਿਹਾ ਐਵਰੇਜ, ਹਰ ਫਸਲ ਦਾ ਇੱਕ ਫਿਕਸ ਰੇਟ ਹੋਣਾ ਚਾਹੀਦਾ। ਕਿਸਾਨ ਤਾਂ ਹੀ ਸੁਖੀ ਹੋ ਸਕਦਾ, ਕਿਉਂਕਿ ਫਿਰ ਹੀ ਉਹ ਆਪਣੇ ਖਰਚੇ ਸੀਮਤ ਕਰੇਗਾ, ਫਿਰ ਹੀ ਉਹ ਜੋ ਲੇਬਰ ਵਾਲੇ, ਕਿਉਂਕਿ ਕਿਸਾਨ ਦੇ ਨਾਲ ਬਹੁਤ ਸਾਰੇ ਹੋਰ ਪਰਿਵਾਰ ਜੁੜੇ ਹੁੰਦੇ ਆ। ਜਿੰਨੀ ਲੇਬਰਾਂ ਵਾਲੇ ਆ, ਅੱਜ ਇੱਕ ਫੈਕਟਰੀ ਲਗਾਉਂਦਾ ਉਹਦੇ 20 ਮੁਲਾਜ਼ਮ ਹੋਣਗੇ, 30 ਮੁਲਾਜ਼ਮ ਹੋਣਗੇ। ਇੱਕ ਜ਼ਿਮੀਂਦਾਰ ਦੇ ਨਾਲ ਘੱਟੋ ਘੱਟ ਵੀ 100 ਢਿੱਡ, ਜਿਹੜੇ ਸਾਡੇ ਮਜ਼ਦੂਰ ਭਰਾ ਭੈਣ ਲੱਗੇ ਉਹਨਾਂ ਦੇ ਪਰਿਵਾਰ ਹੈ, ਇਹ ਸਾਰੇ ਨਾਲ ਜੁੜੇ ਹੁੰਦੇ ਆ। ਇਹਨਾਂ ਨੂੰ ਵੀ ਪੈਸੇ ਦੇਣੇ ਆ, ਇਹਨਾਂ ਦਾ ਵੀ ਕੁਛ ਨਾ ਘਟੇ, ਕਿਉਂਕਿ ਇਨਕਮ ਜੇ ਕਿਸਾਨ ਦੀ ਵਧੂਗੀ ਤਾਂ ਉਹ ਵੀ ਕੋਸ਼ਿਸ਼ ਕਰੂਗਾ ਨਾਲ ਇਹਨਾਂ ਦੀ ਇਨਕਮ ਵੀ ਵਧੇ। ਇਹ ਸਾਰੀ ਜ਼ਿੰਦਗੀ 100 ਰੁਪਏ ਨੂੰ ਕੰਮ ਨਹੀਂ ਕਰਨਗੇ, ਇਹਨਾਂ ਨੂੰ ਵੀ ਕੁਛ ਚਾਹੀਦਾ। ਜੇ ਜ਼ਿਮੀਂਦਾਰ ਅਪ ਹੋਏਗਾ, ਨਾਲ ਨਾਲ ਮਜ਼ਦੂਰ ਵੀ ਵਧਣਾ ਚਾਹੀਦਾ, ਫੇਰ ਹੀ ਚੰਗਾ ਸਮਾਂ ਆ ਸਕਦਾ। ਅੱਛਾ, ਇੱਕ ਚੀਜ਼ ਹੋਰ ਵੀ ਹੈ, ਆਪਾਂ ਗੱਲ ਕਰਦੇ ਹਾਂ ਕਿ ਫਸਲਾਂ ਦੇ ਭਾਅ ਇੱਕਦਮ ਹੇਠਾਂ ਨੂੰ ਡਿੱਗ ਪੈਂਦੇ ਨੇ। ਜੇ ਮਾਰਕੀਟ 'ਚ ਉਹਨਾਂ ਦੇ ਕੀਮਤ ਹੈਗੀ ਆ, ਮੰਗ ਹੈਗੀ ਆ, ਤੇ ਭਾਅ ਵੱਧ ਜਾਣਗੇ। ਜੇ ਨਹੀਂ ਹੈਗੀ, ਵਾਧੂ ਆ ਜਾਂਦੀਆਂ ਤੇ ਭਾਅ ਹੇਠਾਂ ਡਿੱਗ ਜਾਂਦੇ। ਕਿਸਾਨ ਜਿਹੜਾ ਉਹ ਸਿੱਧਾ ਅਸਰ ਕਿਸਾਨ ਤੇ ਪੈਂਦਾ, ਮਾਰਿਆ ਹੋ ਜਾਂਦਾ, ਕਿਉਂਕਿ ਵਪਾਰੀ ਨੇ ਵਿੱਚੋਂ ਆਪਣਾ ਨਫਾ ਕੱਢ ਲੈਣਾ। ਜਿੰਨੇ 'ਚ ਖਰੀਦਿਆ ਉਹਦੇ ਨਾਲ 4 ਪੈਸੇ ਜੋੜ ਕੇ ਵੇਚ ਲੈਣਾ ਉਹਨੇ, ਪਰ ਮਰਨਾ ਜਿਹੜਾ ਕਿਸਾਨ ਨੇ ਜਿਹਨੇ ਮਿਹਨਤ ਕੀਤੀ ਉਹਦੇ ਤੇ। ਚਰਚਾ ਚੱਲਦੀ ਹੈ ਕਿ ਘੱਟੋ ਘੱਟ ਕਿਸਾਨਾਂ ਨੂੰ ਇਹ ਚਾਹੀਦਾ ਕਿ ਆਪਣੇ ਸਮੂਹ ਬਣਾ ਲੈਣ। ਸਰਕਾਰਾਂ ਕੁਝ ਨਹੀਂ ਕਰਦੀਆਂ ਤੇ ਕਿਸਾਨ ਆਪਣੇ ਪੱਧਰ ਤੇ ਸਮੂਹ ਬਣਾ ਲੈਣ ਕਿ ਇਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੇ ਸਬਜ਼ੀ ਦੀ ਕਾਸ਼ਤ ਜ਼ਿਆਦਾ ਹੁੰਦੀ ਹੈ ਤੇ ਘੱਟੋ ਘੱਟ ਸਮੂਹ ਬਣਾ ਕੇ ਤੈਅ ਕਰ ਲਿਆ ਜਾਵੇ ਕਿ ਇੰਨੀ ਫਸਲ ਜਿਹੜੀ ਆ ਉਹ ਗੋਭੀ ਬੀਜੀ ਜਾਏਗੀ, ਇੰਨੇ ਮਟਰ ਬੀਜੇ ਜਾਣਗੇ, ਇੰਨੇ ਆਲੂ ਬੀਜੇ ਜਾਣਗੇ, ਤੇ ਉਹਦੇ ਨਾਲ ਡਿਮਾਂਡ ਐਂਡ ਸਪਲਾਈ ਜਿਹੜੀ ਹੁੰਦੀ ਆ ਉਹ ਠੀਕ ਹੋ ਜਾਏਗੀ ਤੇ ਭਾਅ ਠੀਕ ਤਰੀਕੇ ਨਾਲ ਮਿਲਣ ਲੱਗ ਪੈਣਗੇ। ਦੇਖੋ, ਸੁਣਨ 'ਚ ਔਰ ਕਹਿਣ 'ਚ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਜੀ। ਹੋਣਾ ਚਾਹੀਦਾ, ਇਦਾਂ ਕਰੇਗਾ ਕੌਣ? ਜਿਹੜੇ ਕੰਮ ਸਰਕਾਰਾਂ ਦੇ ਆ, ਅਸੀਂ ਇੱਕ ਜ਼ਿਮੀਂਦਾਰ ਤੇ ਇਹ ਚੀਜ਼ ਥੋਪਦੀ ਆ ਸਰਕਾਰਾਂ ਕੀ ਕਰ ਦੇਣ। ਜੇ ਸਰਕਾਰਾਂ ਹੀ ਪੈਟਰਨ ਸਹੀ ਕਰ ਦੇਣ, ਹਰ ਚੀਜ਼ ਦਾ ਰੇਟ ਫਿਕਸ ਕਰ ਦੇਣ, ਸਰਕਾਰੀ ਖਰੀਦ ਹੋਣੀ ਸ਼ੁਰੂ ਹੋ ਜਾਵੇ। ਅਸੀਂ ਨਹੀਂ ਕਹਿੰਦੇ ਕਿ ਫਸਲ 100 ਰੁਪਏ ਵਿਕੇ, ਲੇਕਿਨ ਇੱਕ ਫਿਕਸ ਰੇਟ ਹੋਵੇ ਜਿਹੜਾ ਲੈਣੇ ਵਾਲੇ ਨੂੰ ਵੀ ਰੇਟ ਮਿਲੇ ਤੇ ਵੇਚਣੇ ਵਾਲੇ ਨੂੰ ਵੀ ਸਹੀ ਮਿਲੀ ਜਾਵੇ। ਜਦੋਂ ਇੱਕ ਨੌਕਰੀ ਵਾਲੇ ਦੀ ਤਨਖਾਹ ਫਿਕਸ ਹੋ ਸਕਦੀ ਕਿ ਉਹਨੇ 30,000 ਦੇ ਕੰਮ ਕਰਨਾ, ਬਾਕੀ ਚੀਜ਼ਾਂ ਦੇ ਰੇਟ ਫਿਕਸ ਹੋ ਸਕਦੇ। ਇੱਕ ਫੈਕਟਰੀ ਵਾਲਾ ਜਦੋਂ ਮਾਲ ਬਣਾਉਂਦਾ ਉਹਨੂੰ ਪਤਾ ਮੈਂ 35 ਰੁਪਏ ਦੀ ਚੀਜ਼ ਵੇਚਣੀ, ਜ਼ਿਮੀਂਦਾਰ ਦਾ ਰੇਟ ਵੀ ਫਿਕਸ ਹੋਣਾ ਚਾਹੀਦਾ। ਉਹ ਆਪੇ ਉਸ ਹਿਸਾਬ ਨਾਲ ਵੇਚੇਗਾ। ਜੇ ਸਾਨੂੰ ਪਤਾ ਹੈ ਕਿ ਸਾਡੀ ਮੱਕੀ ਦਾ ਰੇਟ ਸਹੀ ਮਿਲਣਾ, ਅਸੀਂ ਮੱਕੀ ਬੀਜਾਂਗੇ। ਮੈਨੂੰ ਪਤਾ ਮੇਰੇ 20 ਖੇਤ ਹੈ ਮੱਕੀ ਦੇ, ਮੈਨੂੰ ਪਤਾ ਮੈਨੂੰ 1850 ਰੁਪਏ MSP ਕਹਿ ਰਹੀ ਹੈ ਸਰਕਾਰ, 1850 ਤੇ ਖਰੀਦੇਗੀ, ਮੈਂ ਮੱਕੀ ਬੀਜੂਗਾ। ਮੈਂ ਕਿਉਂ ਝੋਨੇ ਪਿੱਛੇ ਖੱਜਲ ਹੋਵਾਂ? ਆਪੇ ਠੀਕ ਹੋ ਗਿਆ। ਪਰ ਹੁੰਦਾ ਕੀ ਪਿਆ, 1850 ਰੇਟ ਰੱਖਿਆ, ਮੰਡੀ ਜਾਓ ਕੋਈ ਪੁੱਛਦਾ ਨਹੀਂ, 500 ਨੂੰ ਰੁਲਦੀ ਪਈ ਹੈ ਫਸਲ। ਅੱਜ ਉਹੀ ਮੱਕੀ ਤੁਸੀਂ ਜਦੋਂ ਆਟਾ ਖਾਂਦੇ ਆ 40 ਰੁਪਏ ਕਿਲੋ ਮਿਲਦਾ ਪਿਆ। ਅਸੀਂ ਸਾਰਾ ਕੁਝ ਜ਼ਿਮੀਂਦਾਰ ਤੇ ਸੋਚਦੇ ਕਿ ਜ਼ਿਮੀਂਦਾਰ ਕਰੇ, ਜਿਹੜੀ ਰਿਸਪੌਂਸਿਬਿਲਟੀ ਜਿਨ੍ਹਾਂ ਦੀ ਬਣਦੀ ਹੈ, ਜਿਹੜੇ ਜ਼ਿੰਮੇਵਾਰ ਹੈ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਬਣਾਇਆ, ਆਪਣੇ ਉੱਪਰ ਬਿਠਾਇਆ, ਉਹ ਸਾਡੇ ਟੈਕਸਾਂ ਦੇ ਪੈਸੇ ਦੀਆਂ ਤਨਖਾਹਾਂ ਲੈ ਰਹੇ ਆ, ਉਹਨਾਂ ਦਾ ਵੀ ਫਰਜ਼ ਬਣਦਾ ਕੋਈ ਸਾਡੇ ਲਈ ਇੱਦਾਂ ਦੀਆਂ ਨੀਤੀਆਂ ਘੜਨ ਜਿਹਦੇ ਨਾਲ ਕਿਸਾਨ ਆਸਾਨ ਹੋ ਸਕੇ। ਕੋਈ ਸ਼ੱਕ ਨਹੀਂ ਹੈ, ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਆ। ਪਰ ਕਦੀ ਕਦੀ ਕਹਿੰਦੇ ਹੁੰਦੇ ਆ ਕਿ ਜੇ
ਕੋਈ ਹੋਰ ਤੁਹਾਡੇ ਜ਼ਖਮ ਤੇ ਫੈਹਾ ਨਹੀਂ ਧਰਦਾ ਤੇ ਘੱਟੋ ਘੱਟ ਆਪ ਹੀ ਜਿਹੜਾ ਕੋਈ ਨਾ ਕੋਈ ਤਰੱਦਦ ਕਰ ਲੈਣਾ ਚਾਹੀਦਾ, ਕੋਈ ਪਰਹੇਜ਼ਗਾਰੀ ਕੋਈ ਕਰ ਲੈਣੀ ਚਾਹੀਦੀ ਆ, ਕੋਈ ਘਰੋਂ ਹੀ ਦੇਸੀ ਨੁਸਖਾ ਹੀ ਅਪਣਾ ਲੈਣਾ ਚਾਹੀਦਾ ਕਿ ਜੇ ਡਾਕਟਰਾਂ ਤੋਂ ਜੇ ਵੱਡਿਆਂ ਤੋਂ ਇਲਾਜ ਨਹੀਂ ਹੁੰਦਾ, ਉਹ ਕਹਿੰਦੇ ਨੇ ਕਿ ਉਹ ਕੋਈ ਧੂੜ ਫੂਕ ਲਵੇ ਮਾੜੀ ਮੋਟੀ ਤਾਂ ਉਹਦੇ ਨਾਲ ਹੀ ਸੋਚ ਲੈਣਾ ਚਾਹੀਦਾ ਕਿ ਇਦਾਂ ਹੀ ਸ਼ਾਇਦ ਧਾਗਾ ਤਵੀਤ ਕਰਕੇ ਠੀਕ ਆ ਜਾਵੇ। ਸੋ ਕਿਸਾਨਾਂ ਨੂੰ ਆਪਣੇ ਪੱਧਰ ਤੇ ਵੀ ਕੁਝ ਇਦਾਂ ਦਾ ਕਰ ਲੈਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਇਹ ਚੀਜ਼ਾਂ ਅਪਣਾ ਕੇ ਆਪਣੇ ਆਪ ਨੂੰ ਪੈਰਾਂ ਤੇ ਕੀਤਾ। ਸਰਕਾਰਾਂ ਤੋਂ ਆਸ ਉਹਨਾਂ ਨੇ ਛੱਡੀ ਆ ਜਿਹੜੀ। ਦੇਖੋ ਕਿਸਾਨ ਆਪਣੇ ਲੈਵਲ ਤੇ ਤਾਂ ਹਰ ਕੋਸ਼ਿਸ਼ ਕਰਦਾ ਹੀ ਆ ਜੀ, ਪਰ ਇੱਕ ਜਿੱਦਾਂ ਕਹਿੰਦੇ ਕਹਾਵਤ ਚੱਲਦੀ ਹੈ ਨਾ ਪੰਜਾਬ ਦੀ ਕਿ ਅਸੀਂ ਤਾਂ ਦੋ ਭਰਾ ਨਹੀਂ ਇਕੱਠੇ ਰਹਿੰਦੇ ਜੀ, ਲੜਾਈ ਤੇ ਬੰਨਿਆਂ ਦੀ ਵੱਜਦੀ ਰਹਿੰਦੀ ਆ। ਜਦੋਂ ਇੱਕ ਨੂੰ ਜ਼ਿਆਦਾ ਰੇਟ ਮਿਲ ਜਾਂਦਾ ਨਾਲ ਦੀ ਫਸਲ ਵਾਲਾ ਖੇਤ ਵਾਲਾ ਉਮੀਦ ਰੱਖਦਾ ਕਿ ਮੈਂ ਵੀ ਉਹ ਫਸਲ ਬੀਜਾਂ, ਇਸੇ ਚੱਕਰ 'ਚ ਫਸਲਾਂ ਵੱਧ ਜਾਣੀਆਂ। ਜੇ ਫਿਕਸ ਰੇਟ ਹੋਵੇ, ਅੱਜ ਜੇ ਝੋਨੇ ਦਾ ਖੈਰ ਮਿਲਦਾ ਸੀ ਪਰ ਹੁਣ ਜੋ ਕਾਨੂੰਨ ਆਏ ਉਹਨਾਂ ਦੇ ਹਿਸਾਬ ਨਾਲ ਪਤਾ ਨਹੀਂ ਮਿਲੇ ਜਾਂ ਨਾ ਮਿਲੇ ਆਉਣ ਵਾਲੇ ਸਮੇਂ ਦੇ ਵਿੱਚ, ਪਰ ਜੇ ਮਿਲਦਾ ਸੀ ਤਾਂ ਉਹਦੀ ਸੀਮਤ ਸੀ। ਸਾਨੂੰ ਪਤਾ ਹੁੰਦਾ ਸੀ ਕਿ ਸਾਡੇ ਇੰਨੇ ਟਨ ਝੋਨਾ ਹੋਣਾ ਜੀ, ਇੰਨੇ ਟਨ ਕਣਕ ਹੋਣੀ ਆ, ਉਹ ਫਿਕਸ ਰੇਟ ਆ। ਤੇ ਜੇ ਇਹਨਾਂ ਫਸਲਾਂ ਦਾ ਵੀ ਹੋ ਜਾਏ ਤਾਂ ਕੋਈ ਕਿਸਾਨ ਨਹੀਂ ਚਾਹੁੰਦਾ ਕਿ ਉਹ ਘਾਟੇ ਖਾਵੇ, ਕਿਸੇ ਦਾ ਦਿਲ ਨਹੀਂ ਕਰਦਾ ਘਾਟੇ ਖਾਣ ਨੂੰ। ਥੋੜੀ ਜਿਹੀ ਭੂਮਿਕਾ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ, ਜ਼ਿਆਦਾ ਭੂਮਿਕਾ ਕਿਸਾਨ ਨਾਲ ਨਿਭਾਉਣਗੇ ਜ਼ਰੂਰ। ਆ ਹੁਣ ਜਿਹੜੇ ਕੇਂਦਰੀ ਖੇਤੀ ਬਿੱਲਾਂ ਦਾ ਤੁਸੀਂ ਜ਼ਿਕਰ ਛੇੜ ਹੀ ਦਿੱਤਾ ਹੈ ਨਾਲ, ਕਿਉਂਕਿ ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਆ, ਇਹ ਤੁਹਾਡੇ ਮੁਤਾਬਕ ਕਿੰਨਾ ਕੁ ਅਸਰ ਪਾਉਣਗੇ ਕਿਸਾਨੀ ਦੇ ਉੱਤੇ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਜੇ ਚੰਗੇ ਪੱਖ ਦੀ ਗੱਲ ਕਰਦੇ ਹਾਂ ਕਿ ਆਲੂਆਂ ਦਾ ਭਾਅ ਚੰਗਾ ਮਿਲ ਗਿਆ ਅੱਜ ਤੇ ਕਿਸਾਨ ਖੁਸ਼ ਆ ਤੇ ਇਹਦੇ ਨਾਲ ਸਾਰੀਆਂ ਗੱਲਾਂ ਠੀਕ ਹੋ ਗਈਆਂ ਨੇ, ਤੇ ਇਹ ਕੇਂਦਰੀ ਖੇਤੀ ਕਾਨੂੰਨ ਜਿਹੜੇ ਆ ਉਹ ਭਵਿੱਖ ਦੇ ਵਾਸਤੇ ਕਿਸਾਨ ਦੇ ਨਾਲ ਕਿਸ ਤਰੀਕੇ ਨਾਲ ਮਾਰੂ ਸਾਬਤ ਹੋ ਰਹੇ ਨੇ? ਕਿਉਂਕਿ ਜਦੋਂ ਆਪਾਂ ਆਪਸ 'ਚ ਗੱਲ ਕਰਦੇ ਪਏ ਆ ਕਿ ਆਲੂ ਦੀ ਭਾਅ ਚੰਗੇ ਮਿਲ ਗਿਆ ਤੇ ਸੁਨੇਹਾ ਲੋਕਾਂ ਦੇ ਵਿੱਚ ਕੀ ਜਾਂਦਾ ਕਿ ਲੋਕ ਇਹ ਨਾ ਸਮਝਣ ਕਿ ਫਿਰ ਐਵੇਂ ਕਿਸਾਨ ਜਿਹੜਾ ਉਹ ਉਹਨਾਂ ਕਾਨੂੰਨਾਂ ਦਾ ਵਿਰੋਧ ਕਰੀ ਜਾਂਦੇ ਜਦ ਭਾਅ ਠੀਕ ਮਿਲਦੇ ਪਏ ਆ, ਚੰਗੇ ਚੋਖੇ ਕਮਾਈ ਕਰਦੇ ਪਏ ਆ। ਦੇਖੋ ਇੱਕ ਚੀਜ਼ ਦਾ ਰੇਟ ਮਿਲਦਾ ਪਿਆ, ਅੱਜ ਤੋਂ 2 ਮਹੀਨੇ ਪਹਿਲਾਂ ਮੱਕੀ ਸਾਡੀ ਰੁਲੀ ਵੀ ਬੜੀ ਬੁਰੀ ਤਰ੍ਹਾਂ ਜੀ। ਅਸੀਂ 50,000 ਰੁਪਏ ਕਿੱਲੇ ਦਾ ਖਰਚਾ ਕਰਦੇ ਪਏ, ਸਾਡੀ 30,000 ਦੀ ਫਸਲ ਹੋ ਰਹੀ ਹੈ। ਉਹ 20,000 ਰੁਪਏ ਐਵਰੇਜ ਕਿੱਥੋਂ ਨਿਕਲੇਗੀ? ਜੇ 10 ਖੇਤ ਵੀ ਕਿਤੇ ਤਾਂ 2 ਲੱਖ ਰੁਪਏ ਘਟ ਗਿਆ। ਇਹੋ ਜਿਹੇ ਹਜ਼ਾਰਾਂ ਕਿਸਾਨ ਹੋਣਗੇ ਜਿਨ੍ਹਾਂ ਦੇ ਘਟਦੇ ਆ। ਰਹੀ ਗੱਲ ਅੱਜ ਅਸੀਂ ਸਿਸਟਮ ਦੀ ਕਹਿੰਦੇ ਨਾ, ਜਿਹੜੇ ਸਾਡੇ ਲੇਬਰ ਕੰਮ ਕਰਦੀ ਆ, ਜਿਹਨੂੰ ਅਸੀਂ ਪ੍ਰਵਾਸੀ ਮਜ਼ਦੂਰ ਕਹਿੰਦੇ ਆ, ਇਹਨਾਂ ਦੇ ਵਿੱਚ ਬਹੁਤ, ਇਹ ਮਜ਼ਦੂਰ ਨਹੀਂ ਹੈ ਉੱਥੇ ਦੇ ਜ਼ਿਮੀਂਦਾਰ ਹੈ ਬਿਹਾਰ ਯੂਪੀ ਦੇ, ਇਹਨਾਂ ਦੇ ਬਹੁਤ ਸਾਰੇ ਇਹੋ ਜਿਹੇ ਮਜ਼ਦੂਰ ਹੈ, ਮੈਂ ਤੁਹਾਨੂੰ ਮਿਲਾ ਸਕਦਾ, ਜਿਨ੍ਹਾਂ ਦੇ ਆਪਣੇ 15-15 10-10 ਕਿੱਲੇ ਜ਼ਮੀਨ ਦੇ ਆ। ਇਹ ਉੱਥੋਂ ਇਸ ਕਰਕੇ ਛੱਡ ਕੇ ਆਏ ਕਿਉਂਕਿ ਉੱਥੇ ਦੀ ਜਦ ਫਸਲ ਬੀਜਦੇ ਆ, ਜੋ ਸਿਸਟਮ ਹੈ ਹੁਣ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਪਈ ਸਰਕਾਰ, ਇਹ ਸਿਸਟਮ ਯੂਪੀ ਬਿਹਾਰ ਦੇ ਵਿੱਚ ਪਹਿਲਾਂ ਚੱਲ ਲਾਗੂ ਹੈ। 11-1200 ਰੁਪਏ ਨੂੰ ਉਹਨਾਂ ਦਾ ਝੋਨਾ ਰੁਲਦਾ ਪਿਆ। ਜੇ ਇਹਨਾਂ ਨੂੰ ਉੱਥੇ ਭਾਅ ਮਿਲਦੇ, ਹੁਣ ਸਾਡੇ ਆ ਕੇ ਲੇਬਰਾਂ ਕਿਉਂ ਕਰਨ? ਝੁੱਗੀਆਂ ਦੇ ਵਿੱਚ ਪਿੰਡਾਂ ਤੋਂ ਬਾਹਰ ਬੈਠੇ ਕਿਸੇ ਦਾ ਦਿਲ ਨਹੀਂ ਕਰਦਾ ਛੱਡ ਕੇ ਕਰਨ ਨੂੰ। ਇਹ ਜਿਹੜੇ ਕਾਨੂੰਨ ਹੈ ਸਰਕਾਰਾਂ ਗੋਲ-ਮੋਲ ਕਰਨ ਦੀ ਕੋਸ਼ਿਸ਼ ਕਰਦੀਆਂ ਪਈਆਂ ਹਰ ਚੀਜ਼ ਨੂੰ। ਇਹ ਕਿਸੇ ਨਾ ਕਿਸੇ ਤਰੀਕੇ ਸਾਡੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਵੱਲੋਂ, ਕਿਉਂਕਿ ਸਾਡੇ 2 ਹੀ ਫਸਲਾਂ ਹੈ। ਜੇ ਦੁਆਬੇ ਦੀ ਗੱਲ ਕਰਦੇ, ਦੁਆਬੇ ਦੇ ਵਿੱਚ ਤੇ ਆਲੂ ਮਟਰ ਹੁੰਦੇ, ਆਲੂ ਮਟਰ ਪੂਰੇ ਪੰਜਾਬ 'ਚ ਨਹੀਂ ਹੁੰਦੇ। ਪੰਜਾਬ ਦੇ ਵਿੱਚ ਬਹੁਤ ਸਾਰੀ ਇਹੋ ਜਿਹੀ ਜ਼ਮੀਨ ਹੈ ਜਿੱਥੇ ਸਿਰਫ ਝੋਨਾ ਤੇ ਕਣਕ ਦੀ ਖੇਤੀ ਹੋ ਰਹੀ ਹੈ ਜਾਂ ਨਰਮੇ ਦੀ ਖੇਤੀ ਹੋ ਰਹੀ ਹੈ ਕੁਛ ਏਰੀਆ ਦੇ ਵਿੱਚ, ਔਰ ਉਹਨਾਂ ਦਾ ਵੀ ਉਸ ਹਿਸਾਬ ਨਾਲ ਰੇਟ ਨਹੀਂ ਮਿਲਦਾ ਪਿਆ। ਅਗਰ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਜੋ ਸਰਕਾਰ ਕਰਦੀ ਪਈ ਹੈ ਨਾ ਬੰਦ ਹੋ ਗਈ ਹੈ, ਜਾਂ ਇਹ ਕਹਿ ਰਿਹਾ ਜੀ ਨਾ ਕਾਨੂੰਨਾਂ ਦੇ ਨਾਲ ਸਾਡਾ ਮੰਡੀਕਰਨ ਸਿਸਟਮ ਖਤਮ ਹੋ ਗਿਆ, ਅੱਜ ਸਾਡੇ ਕੋਲ ਆੜ੍ਹਤੀ ਹੈ ਜਿਹੜੇ ਫਸਲ ਖਰੀਦੇ, ਕਿਉਂਕਿ ਸਬਜ਼ੀ ਅੱਜ ਖਰੀਦੀ ਉਹਨੇ ਸਵੇਰੇ ਵੇਚ ਦਿੱਤੀ। ਸਾਨੂੰ ਸਾਲ ਦੇ ਵਿੱਚ ਬਹੁਤ ਵਾਰ ਆੜ੍ਹਤੀਆਂ ਦੀ ਜ਼ਰੂਰਤ ਪੈਂਦੀ ਹੈ ਜਦੋਂ ਸਾਡੇ ਕੋਈ ਘਰ ਦੇ ਵਿੱਚ ਬਿਮਾਰ ਹੋ ਜਾਏ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜ਼ਿਮੀਂਦਾਰ ਇੰਨਾ ਸੁਖਾਲਾ ਨਹੀਂ ਹੈ ਕਿ ਉਹਦੇ ਕੋਲ ਬਹੁਤ ਸਾਰੀ ਸੇਵ ਮਨੀ ਪਈ ਹੈ, ਉਹਨੂੰ ਆੜ੍ਹਤੀਆਂ ਦੀ ਹਰ ਥੋੜ੍ਹੇ ਦਿਨਾਂ ਬਾਅਦ ਜ਼ਰੂਰਤ ਪੈਂਦੀ। ਔਰ ਇਹਨਾਂ ਕਾਨੂੰਨਾਂ ਦੇ ਨਾਲ ਅਗਰ ਉਹ ਆੜ੍ਹਤੀਆ ਸਿਸਟਮ ਖਤਮ ਹੋ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ? ਬੈਂਕ ਤੇ 2 ਰੁਪਏ ਦੇਗਾ, ਨਾਲ ਵਿਆਜ ਮੰਗੂਗਾ, ਨਾਲ ਸਿਕਿਉਰਿਟੀ ਮੰਗੂਗਾ, ਔਰ ਇੰਨੀ ਜਲਦੀ ਲੋਨ ਮਿਲਦਾ ਕੋਈ ਨਹੀਂ। ਜ਼ਮੀਨਾਂ ਤਾਂ ਪਹਿਲਾਂ ਲਾਲ ਲਕੀਰ ਦੇ ਅੰਦਰ ਪਈਆਂ ਸਾਰੀਆਂ। ਸੋ ਇਹ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਗੁੰਝਲਾਂ ਹੈ, ਨਹੀਂ ਤਾਂ ਸਾਡੇ ਐਡੇ ਬੁੱਧੀਜੀਵੀ ਕਿਸਾਨ ਅੱਜ ਦੇਖੋ ਫਸਲ ਦਾ ਟਾਈਮ ਹੈ, ਸਰਦੀ ਦੇ ਵਿੱਚ ਸੜਕਾਂ 'ਤੇ ਬੈਠੇ ਹੋ, ਇੰਨੇ ਮੂਰਖ ਨਹੀਂ ਹੈ। ਉਹਨਾਂ ਨੂੰ ਪਤਾ ਹੈ ਸਾਡੇ ਬੱਚਿਆਂ ਦੇ ਭਵਿੱਖ ਲਈ ਬੈਠੇ ਆ, ਔਰ ਅਸੀਂ ਵੀ ਨਾਲ ਜਾਈਦਾ। ਜੇ ਅੱਜ ਆਲੂ ਪੱਟ ਰਹੇ ਹਾਂ, ਮਟਰ ਤੋੜ ਰਹੇ ਹਾਂ, 2 ਦਿਨ ਫ੍ਰੀ ਹੋ ਕੇ ਸ਼ਾਮ ਨੂੰ ਜਾਈਏ, ਸਵੇਰੇ ਜਾਈਏ, ਜਾਣਾ ਪੈਂਦਾ। ਜਾਵਾਂਗੇ, ਆਪਣੇ ਹੱਕਾਂ ਦੀ ਲੜਾਈ ਤੇ ਲੜਨੀ ਪਏਗੀ। ਇਹ ਬੜੀ ਕਹਿ ਸਕਦੇ ਹੈਰਾਨੀਕੁੰਨ ਗੱਲ ਵੀ ਹੈ ਤੇ ਇੱਕ ਤਰੀਕੇ ਨਾਲ ਜਿਹੜੀ ਕਿਸਾਨ ਅੰਦੋਲਨ ਦੀ ਸਫਲਤਾ ਦੀ ਅਸੀਂ ਗੱਲ ਕਰਦੇ ਹਾਂ ਕਿ ਸਫਲ ਹੋ ਰਿਹਾ, ਉਹ ਵੀ ਹੈ ਕਿ ਕਿਸਾਨ ਜਿੱਥੇ ਆਪਣੇ ਖੇਤਾਂ 'ਚ ਕੰਮ ਕਰ ਰਿਹਾ, ਨਾਲ ਦੀ ਨਾਲ ਉਸ ਅੰਦੋਲਨ ਤੋਂ ਪਰੇ ਨਹੀਂ ਹੋ ਰਿਹਾ, ਟੁੱਟ ਨਹੀਂ ਰਿਹਾ। ਇੱਧਰ ਕੰਮ ਕਰਕੇ ਸ਼ਿਫਟ ਦੇ ਹਿਸਾਬ ਨਾਲ ਜਾਂਦਾ ਆ ਕਿ ਇੰਨਾ ਟਾਈਮ ਮੈਂ ਆਪਣੀ ਫਸਲ 'ਤੇ ਲਾਉਣਾ ਹੈ ਅਤੇ ਇਸ ਤੋਂ ਬਾਅਦ ਇੰਨਾ ਵਕਤ ਮੈਂ ਧਰਨੇ ਨੂੰ ਵੀ ਜਾ ਕੇ ਦੇਣਾ ਆ। ਸੋ ਇਸ ਕਰਕੇ ਗੱਲਬਾਤ ਕਰਨ ਦਾ ਮਕਸਦ ਇਹ ਸੀਗਾ ਕਿ ਜਿੱਥੇ ਅੱਜ ਇੱਕ ਫਸਲ ਕਿਸਾਨ ਦੇ ਚਿਹਰੇ ਤੇ ਰੌਣਕ ਲੈ ਕੇ ਆ ਰਹੀ ਹੈ, ਜੇ ਉਹਦਾ ਭਾਅ ਠੀਕ ਮਿਲ ਰਿਹਾ ਆਲੂ ਦੇ ਕਾਸ਼ਤਕਾਰ, ਕਿਉਂਕਿ ਅਸੀਂ ਆਲੂ ਸੜਕਾਂ ਤੇ ਰੁਲਦਾ ਵੱਧ ਦੇਖਿਆ ਆ, ਕਿਸਾਨ ਨੂੰ ਖੁਸ਼ ਨਹੀਂ ਦੇਖਿਆ ਆਲੂ ਦੀ ਫਸਲ ਬੀਜਣ ਤੋਂ ਬਾਅਦ। ਤੇ
ਅੱਜ ਜੇ ਕਿਸਾਨ ਥੋੜਾ ਸੰਤੁਸ਼ਟ ਹੈ, ਖੁਸ਼ ਹੈ ਕਿ ਉਹਨੂੰ ਭਾਅ ਮਿਲ ਰਿਹਾ, ਪਰ ਨਾਲ ਦੀ ਨਾਲ ਕਿਹੜੇ ਸੰਸ਼ੇ, ਕਿਹੜੀਆਂ ਚਿੰਤਾਵਾਂ ਤੇ ਭਵਿੱਖ ਦੀ ਖੇਤੀ ਨੂੰ ਲੈ ਕੇ ਕਿਸ ਤਰੀਕੇ ਨਾਲ ਸੋਚਦਾ ਹੈ, ਕੇਂਦਰੀ ਕਾਨੂੰਨਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਸੋਚਦਾ ਹੈ, ਉਹਦੇ ਬਾਬਤ ਵੀ ਅਸੀਂ ਫੀਲਡ ਦੇ ਵਿੱਚ ਜਾ ਕੇ ਨਾ, ਖੇਤਾਂ ਦੇ ਵਿੱਚ ਖੜ ਕੇ, ਜਿੱਥੇ ਆਲੂ ਦੀ ਪਟਾਈ ਹੋ ਰਹੀ ਹੈ, ਜਿੱਥੇ ਆਲੂ ਖਰੀਦਿਆ ਜਾ ਰਿਹਾ, ਆੜਤੀਆ, ਮੇਰਾ ਖਿਆਲ ਹੈ ਕਿ ਆੜਤੀਆ ਹੀ ਆਇਆ ਹੋਇਆ ਹੈ ਇਸ ਵੇਲੇ ਫਸਲ ਲੈਣ ਦੇ ਲਈ, ਉਹ ਫੀਲਡ ਦੇ ਵਿੱਚ ਜਾ ਕੇ ਗਰਾਊਂਡ ਜ਼ੀਰੋ ਤੋਂ ਜਿਹੜੀ ਆ ਉਹ ਗੱਲ ਕੀਤੀ ਜਾਵੇ ਕਿ ਸਥਿਤੀਆਂ ਅਸਲ ਦੇ ਵਿੱਚ ਕਿੱਥੇ, ਕਿਵੇਂ ਤੇ ਕੀ ਬੋਲਦੀਆਂ ਪਈਆਂ ਨੇ। ਬਹੁਤ ਬਹੁਤ ਸ਼ੁਕਰੀਆ ਮਨੋਹਰ ਲਾਲ ਜੀ ਗੱਲਬਾਤ ਕਰਨ ਲਈ। ਉਮੀਦ ਰੱਖਦੇ ਹਾਂ ਕਿ ਮਟਰ ਦੀ ਜਿਹੜੀ ਤੁਸੀਂ ਫਸਲ ਬੀਜੀ ਆ ਉਹਦਾ ਵੀ ਭਾਅ ਠੀਕ ਮਿਲੇਗਾ ਤੁਹਾਨੂੰ, ਕਿਉਂਕਿ ਵੱਧ ਬੀਜੀ ਹੈ। ਅਸੀਂ ਨਹੀਂ ਚਾਹੁੰਦੇ ਕੋਈ ਵੀ ਕਿਸਾਨ ਜਿਹੜਾ ਉਹ ਕਿਸੇ ਤਰੀਕੇ ਨਾਲ ਵੀ ਘਾਟੇ 'ਚ ਰਵੇ। ਬਾਕੀਆਂ ਦੇ ਵਾਂਗ ਤੁਹਾਨੂੰ ਵੀ ਨਫੇ ਹੋਣ, ਕਿਉਂਕਿ ਤੁਸੀਂ ਵੀ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਆ। ਸਿਰਫ ਆਪਣੇ ਬੱਚਿਆਂ ਦਾ ਨਹੀਂ, ਬਾਕੀ ਬੱਚਿਆਂ ਦਾ ਪੇਟ ਵੀ ਭਰਨਾ, ਤੁਹਾਡੀ ਫਸਲ ਦੇ ਵਿੱਚ ਬਾਕੀਆਂ ਦਾ ਪੇਟ ਭਰਨਾ ਆ। ਸੋ ਕੋਸ਼ਿਸ਼ ਇਹੀ ਸੀ ਕਿ ਇੱਕ ਵਾਰ ਖੇਤਾਂ ਦੇ ਵਿੱਚੋਂ ਗੱਲ ਕੀਤੀ ਜਾਵੇ ਕਿ ਧਰਨੇ, ਅੰਦੋਲਨ ਜਿਹੜੇ ਕਾਨੂੰਨਾਂ ਕਰਕੇ ਹੋ ਰਿਹਾ ਉਹ ਕਿੱਥੇ ਬੋਲਦੇ ਪਏ ਨੇ, ਤੇ ਫਸਲ ਜਿਹੜੀ ਬੀਜੀ ਗਈ ਹੈ, ਜਿਹੜੀ ਫਸਲ ਵੇਚੀ ਜਾ ਰਹੀ ਹੈ, ਉਹਦੀਆਂ ਪ੍ਰਸਥਿਤੀਆਂ ਜਿਹੜੀਆਂ ਉਹ ਕਿਹੋ ਜਿਹੀਆਂ ਨੇ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਚੱਬੇਵਾਲ।